ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਨਵੀਂ ਕਿਰਨ ਵਿੱਚ। ਤੇ ਅੱਜ ਦਾ ਵਿਸ਼ੇ ਸਾਡਾ ਹੈ ਮੈਡੀਟੇਸ਼ਨ, ਜੋ ਕਿ ਕਿਉਂ ਜ਼ਰੂਰੀ ਹੈ। ਮੈਡੀਟੇਸ਼ਨ ਸਾਡੀ ਇੰਨੀ ਸਟ੍ਰੈਸਫੁਲ ਲਾਈਫ, ਸਾਰਾ ਦਿਨ ਭੱਜ ਦੌੜ ਦੀ ਜ਼ਿੰਦਗੀ, ਟ੍ਰੈਫਿਕ ਜੈਮ, ਸਮੇਂ 'ਤੇ ਆਫਿਸ ਪਹੁੰਚਣਾ, ਬੱਚਿਆਂ ਦੀ ਪ੍ਰੋਬਲਮਸ, ਵੱਡਿਆਂ ਦੀ ਰਿਲੇਸ਼ਨਸ਼ਿਪ ਪ੍ਰੋਬਲਮਸ, ਸਾਰਿਆਂ ਨੂੰ ਲੈ ਕੇ ਅਸੀਂ ਇੱਕ ਸਟ੍ਰੈਸਫੁਲ ਲਾਈਫ ਜੀ ਰਹੇ ਹਾਂ। ਅਤੇ ਕਿਉਂ ਜ਼ਰੂਰੀ ਹੈ ਸਾਨੂੰ ਮੈਡੀਟੇਸ਼ਨ, ਇਸੇ ਵਿਸ਼ੇ ਵਿੱਚ ਸਾਡੇ ਨਾਲ ਗੱਲ ਕਰਨ ਵਾਸਤੇ ਹੈਗੇ ਬ੍ਰਹਮਾ ਕੁਮਾਰੀ ਅਨੀਤਾ ਦੀਦੀ। ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ ਜੀ। ਦੀਦੀ ਸਾਨੂੰ ਇਹ ਦੱਸੋ ਕਿ ਮੈਡੀਟੇਸ਼ਨ ਹੈ ਕੀ ਚੀਜ਼, ਮਤਲਬ ਕਿਉਂ ਜ਼ਰੂਰੀ ਹੈ ਮੈਡੀਟੇਸ਼ਨ, ਤੇ ਮੈਡੀਟੇਸ਼ਨ ਹੈ ਕੀ? ਦੇਖੋ ਜੀ, ਅੱਜ ਦੀ ਜ਼ਿੰਦਗੀ ਤੁਸੀਂ ਸਾਡੇ ਤੋਂ ਜ਼ਿਆਦਾ ਜਾਣਦੇ ਹੋ ਕਿ ਕਿੰਨਾ ਚਾਰੋਂ ਪਾਸੇ ਤਣਾਅ ਵੱਧਦਾ ਜਾ ਰਿਹਾ ਹੈ। ਹਰ ਇੱਕ ਦਾ ਮਨ ਬਹੁਤ ਤੇਜ਼ੀ ਨਾਲ ਦੌੜ ਰਿਹਾ ਹੈ ਅਤੇ ਉਲਝ ਰਿਹਾ ਹੈ, ਚਾਹੇ ਉਹ ਬੱਚਾ ਹੋਏ, ਚਾਹੇ ਉਹ ਵੱਡਾ ਹੋਏ, ਚਾਹੇ ਉਹ ਅਮੀਰ ਹੋਏ, ਚਾਹੇ ਉਹ ਗਰੀਬ ਹੋਏ। ਹਰੇਕ ਦਾ ਮਨ ਕੁਛ ਤਲਾਸ਼ ਰਿਹਾ। ਉਹ ਤਲਾਸ਼ ਹੈ ਉਹਦੀ ਕਿ ਕੁਝ ਚੈਨ ਮਿਲ ਜਾਏ, ਥੋੜ੍ਹਾ ਜਿਹਾ, ਥੋੜ੍ਹੀ ਦੇਰ ਦੀ ਸ਼ਾਂਤੀ ਮਿਲ ਜਾਏ। ਅਤੇ ਸਭ ਕੁਝ ਹੋਣ ਦੇ ਬਾਅਦ ਵੀ ਅੱਜ ਦੇ ਇਨਸਾਨ ਕੋਲ ਸ਼ਾਂਤੀ ਨਹੀਂ ਹੈਗੀ, ਚੈਨ ਨਹੀਂ ਹੈਗਾ। ਕੁਛ ਵੀ ਮਿਲਣ ਦੇ ਬਾਅਦ ਉਹਨੂੰ ਸਕਸੈਸ ਦੀ ਫੀਲਿੰਗ ਨਹੀਂ ਆ ਰਹੀ, ਕਿਉਂਕਿ ਜਦੋਂ ਵੀ ਉਹ ਕੁਛ ਗੇਨ ਕਰ ਲੈਂਦਾ, ਉਹਦੇ ਬਾਅਦ ਉਹਨੂੰ ਲੱਗਦਾ ਕਿ ਇਹ ਤੋਂ ਵੱਧ ਕੁਝ ਹੋਰ ਚਾਹੀਦਾ ਸੀ। ਉਹ ਵੀ ਮਿਲ ਗਿਆ, ਫਿਰ ਲੱਗਦਾ ਨਹੀਂ ਨਹੀਂ ਇਹ ਨਹੀਂ, ਉਹ ਹੋਰ ਚਾਹੀਦਾ ਸੀ। ਉਹ ਵੀ ਮਿਲ ਗਿਆ ਅਤੇ ਲੱਗਦਾ ਨਹੀਂ ਦੂਜੇ ਨੂੰ ਮੇਰੇ ਤੋਂ ਜ਼ਿਆਦਾ ਮਿਲ ਗਿਆ। ਅਤੇ ਇੱਕ ਤਰ੍ਹਾਂ ਦੀ ਅੰਧੀ ਦੌੜ ਵਿੱਚ ਸਾਰੇ ਇਨਸਾਨ ਦੌੜ ਰਹੇ ਨੇ। ਅਤੇ ਜਿਹੜਾ ਅਸੀਂ ਮੈਡੀਟੇਸ਼ਨ ਕਰਦੇ ਹਾਂ, ਉਹਦੇ ਨਾਲ ਅਸੀਂ ਆਪਣੇ ਮਾਈਂਡ ਨੂੰ ਇੱਕ ਟ੍ਰੇਨਿੰਗ ਦਿੰਦੇ ਹਾਂ। ਉਹ ਟ੍ਰੇਨਿੰਗ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਆਪਣੇ ਮਾਈਂਡ ਦੇ ਆਪਾਂ ਥੋਟਸ ਨੂੰ ਇੱਕ ਦਿਸ਼ਾ ਦੇ ਦਈਦੀ ਹੈ। ਇੱਕ ਰਾਈਟ ਡਾਇਰੈਕਸ਼ਨ ਮਿਲਣ ਦੇ ਨਾਲ ਮਨ ਜਦੋਂ ਉਸ ਡਾਇਰੈਕਸ਼ਨ ਨੂੰ ਪਕੜ ਲੈਂਦਾ ਅਤੇ ਉਹਨੂੰ ਇਸ ਤਰ੍ਹਾਂ ਫੀਲ ਹੁੰਦਾ ਕਿ ਉਹਦੇ ਜਿਹੜੇ ਸਕੈਟਰਡ ਥੋਟਸ ਸੀਗੇ ਉਹ ਇੱਕ ਰੂਟ 'ਤੇ ਆ ਗਏ ਨੇ। ਜਦੋਂ ਸਾਡੇ ਥੋਟਸ ਇੱਕ ਰੂਟ ਫੜ ਲੈਂਦੇ ਹੈ, ਉਸ ਵੇਲੇ ਸਾਡੀ ਸਾਰੀ ਐਨਰਜੀ, ਸਾਡੀਆਂ ਸਾਰੀਆਂ ਸ਼ਕਤੀਆਂ ਇੱਕ ਰਾਹੀਂ ਜਾਣ ਲੱਗ ਜਾਂਦੀਆਂ। ਜਦੋਂ ਇੱਕ ਪਾਸੇ ਸਾਡੀਆਂ ਸ਼ਕਤੀਆਂ ਜਾਣ ਲੱਗ ਜਾਣਗੀਆਂ, ਉਦੋਂ ਸਾਨੂੰ ਐਨਰਜੈਟਿਕ ਫੀਲ ਹੋਏਗਾ। ਉਦੋਂ ਸਾਨੂੰ ਇਹ ਫੀਲ ਹੋਏਗਾ ਕਿ ਅਸੀਂ ਜੋ ਵੀ ਕਰ ਰਹੇ ਹਾਂ ਉਹ ਪ੍ਰੋਡਕਟਿਵ ਹੈ, ਉਹ ਕਰਨਾ ਸਾਰਥਕ ਸੀਗਾ। ਨਹੀਂ ਤਾਂ ਸਾਨੂੰ ਕੰਮ ਕਰਨ ਦੇ ਬਾਅਦ ਵੀ ਇਹ ਲੱਗਦਾ ਕਿ ਕੀਤਾ ਹੋਇਆ ਸਾਰਾ ਵੇਸਟ ਜਾ ਰਿਹਾ। ਜਦੋਂ ਇੱਕ ਡਾਇਰੈਕਸ਼ਨ 'ਚ ਮਨ ਠੀਕ ਚੱਲਣ ਲੱਗ ਜਾਂਦਾ, ਉਦੋਂ ਸਾਨੂੰ ਸਕਸੈਸ ਦੀ ਫੀਲਿੰਗ ਹੁੰਦੀ ਹੈ। ਅਤੇ ਇਸ ਤਰ੍ਹਾਂ ਦੀ ਟ੍ਰੇਨਿੰਗ ਆਪਾਂ ਮੈਡੀਟੇਸ਼ਨ 'ਚ ਕਰਾਈ ਦੀ ਹੈ। ਬਟ ਮੈਡੀਟੇਸ਼ਨ ਜਾਂ ਸਿਰਫ ਉਨ ਲੋਕਾਂ ਵਾਸਤੇ ਜ਼ਿਆਦਾ ਜ਼ਰੂਰੀ ਹੈ ਜਿਹੜੇ ਸਟ੍ਰੈਸਫੁਲ ਲਾਈਫ ਜੀ ਰਹੇ ਹੈ? ਕੁਛ ਲੋਕ ਹੈਗੇ ਜਿਹੜੇ ਬਹੁਤ ਖੁਸ਼ ਵੀ ਹੈ, ਸੈਟਿਸਫਾਈਡ ਹੈ ਆਪਣੀ ਲਾਈਫ ਵਿੱਚ, ਉਹਨਾਂ ਵਾਸਤੇ ਵੀ ਜ਼ਰੂਰੀ ਹੈ? ਇਹ ਬਹੁਤ ਸੋਹਣਾ ਪ੍ਰਸ਼ਨ ਤੁਸੀਂ ਪੁੱਛਿਆ, ਕਿਉਂਕਿ ਅੱਜ ਕੱਲ੍ਹ ਜਿਹੜੇ ਨੋਰਮਲ ਲੋਕ ਹੈਗੇ, ਜਿਨ੍ਹਾਂ ਨੂੰ ਲੱਗਦਾ ਕਿ ਸਾਨੂੰ ਇੰਨੀ ਕੋਈ ਪ੍ਰੋਬਲਮ ਨਹੀਂ ਹੈ, ਅਸੀਂ ਤਾਂ ਖੁਸ਼ ਹੈਗੇ ਹਾਂ, ਸਾਡੇ ਘਰ 'ਚ ਕੋਈ ਝਗੜਾ ਨਹੀਂ, ਵੈਲਿਊਜ਼ ਵੀ ਹੈਗੀਆਂ, ਅਤੇ ਸਾਨੂੰ ਤਾਂ ਮੈਡੀਟੇਸ਼ਨ ਦੀ ਜ਼ਰੂਰਤ ਨਹੀਂ। ਇਸ ਤਰ੍ਹਾਂ ਦੀ ਗੱਲ ਨਹੀਂ। ਇਹ ਤਾਂ ਉਸ ਤਰ੍ਹਾਂ ਦਾ ਸਵਾਲ ਹੋ ਗਿਆ ਜਿਸ ਤਰ੍ਹਾਂ ਕੋਈ ਪੁੱਛੇ ਕਿ ਮੈਂ ਫਿੱਟ 'ਤੇ ਰਹਿਣਾ ਅਤੇ ਮੈਨੂੰ ਫਰੂਟ ਖਾਣਾ ਚਾਹੀਦਾ ਕਿ ਨਹੀਂ, ਮੈਨੂੰ ਰੋਟੀ ਰੋਜ਼ ਖਾਣੀ ਚਾਹੀਦੀ ਹੈ ਕਿ ਨਹੀਂ, ਮੈਨੂੰ ਰੈਸਟ ਕਰਨਾ ਚਾਹੀਦਾ ਹੈ ਕਿ ਨਹੀਂ। ਉਹਦੇ ਵਾਸਤੇ ਵੀ ਇਹ ਸਾਰੇ ਨੋਰਮਸ ਓਨੇ ਹੀ ਜ਼ਰੂਰੀ ਨੇ ਜਿੰਨੇ ਇੱਕ ਪੇਸ਼ੈਂਟਸ ਵਾਸਤੇ ਜ਼ਰੂਰੀ ਨੇ, ਤਾਂ ਕਿ ਉਹ ਆਪਣੀ ਹੈਲਥ ਮੇਨਟੇਨ ਕਰ ਸਕੇ। ਇਸੇ ਤਰ੍ਹਾਂ ਜਿਨ੍ਹਾਂ ਦੀ ਲਾਈਫ ਥੋੜ੍ਹੀ ਨੋਰਮਲ ਚੱਲ ਰਹੀ ਹੈ, ਜ਼ਿਆਦਾ ਕੋਈ ਪ੍ਰੋਬਲਮਸ ਹੈਗੀਆਂ ਨਹੀਂ, ਉਹ ਮੈਡੀਟੇਸ਼ਨ ਇਸ ਵਾਸਤੇ ਕਰਨ ਕਿ ਉਹ ਆਪਣੀ ਖੁਸ਼ੀ ਨੂੰ, ਆਪਣੀ ਵੈਲਿਊਜ਼ ਨੂੰ, ਆਪਣੇ ਸਟ੍ਰੈਸ ਫਰੀ ਲਾਈਫ ਨੂੰ ਮੇਨਟੇਨ ਵੀ ਕਰ ਸਕਣ। ਅਤੇ ਦੂਸਰਾ ਇੱਕ ਹੋਰ ਰੀਜ਼ਨ ਵੀ ਹੈਗਾ ਕਿ ਉਹਨਾਂ ਕੋਲ ਇੰਨੀ ਐਨਰਜੀ ਤਾਂ ਹੈਗੀ ਹੈ ਜਿਹੜੇ ਆਪਣੇ ਜੀਵਨ ਨੂੰ ਠੀਕ ਰੱਖ ਸਕਦੇ ਹੈ। ਪਰ ਹਿਊਮਨ ਬੀਇੰਗਸ ਇਜ਼ ਅ ਸੋਸ਼ਲ ਐਨੀਮਲ ਨਾ, ਸਮਾਜ ਦੇ ਅਸੀਂ ਇੱਕ ਕੰਮ ਦੇ ਪ੍ਰਾਣੀ ਹੈਗੇ ਹਾਂ, ਅਤੇ ਸਮਾਜ ਨੂੰ ਵੀ ਅਸੀਂ ਕੁਛ ਦੇਣਾ। ਅਤੇ ਜੇ ਸਾਡੇ ਕੋਲ ਵੱਧ ਹੋਏਗਾ ਤਾਂ ਦੂਜਿਆਂ ਨਾਲ ਵੰਡ ਕੇ ਖਾ ਸਕਾਂਗੇ ਨਾ। ਅਤੇ ਜਿਨ੍ਹਾਂ ਕੋਲ ਆਲਰੇਡੀ ਸ਼ਾਂਤੀ ਹੈ, ਆਲਰੇਡੀ ਖੁਸ਼ੀ ਹੈ, ਉਹਨਾਂ ਨੂੰ ਅਸੀਂ ਕਹੀਦਾ ਕਿ ਥੋੜ੍ਹੀ ਜਿਹੀ ਹੋਰ ਵਧਾ ਲਓ ਤਾਂ ਕਿ ਤੁਸੀਂ ਵੰਡ ਵੀ ਸਕੋ। ਅਤੇ ਜਿਨ੍ਹਾਂ ਨੂੰ ਸਟ੍ਰੈਸ ਹੈ, ਟੈਨਸ਼ਨ ਹੈ, ਉਹਨਾਂ ਵਾਸਤੇ ਤਾਂ ਮੈਡੀਟੇਸ਼ਨ ਇੱਕ ਰਾਮਬਾਣ ਔਸ਼ਧੀ ਹੈ। ਬਿਲਕੁਲ। ਸਟ੍ਰੈਸ ਇੰਨਾ ਵੱਧ ਕਿਉਂ ਗਿਆ ਹੈ? ਮਤਲਬ ਤੁਸੀਂ ਦੇਖੋ, ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਬਹੁਤ ਜ਼ਿਆਦਾ ਸਟ੍ਰੈਸ ਵੱਧ ਗਿਆ। ਬੱਚਿਆਂ 'ਚ ਕੰਪੀਟੀਸ਼ਨ ਆਪਸ 'ਚ, ਜਾਂ ਪੇਰੈਂਟਸ ਦਾ ਉਹਨਾਂ ਦੇ ਉੱਪਰ ਇੰਨਾ ਪ੍ਰੈਸ਼ਰ ਪੈ ਜਾਂਦਾ ਹੈ ਕਿ ਤੁਸੀਂ ਕਲਾਸ 'ਚ ਫਸਟ ਆਉਣਾ ਹੈ। ਇੱਕ ਘਰ ਵਿੱਚ 2 ਬੱਚੇ ਹੋਣਗੇ, ਉਹਨਾਂ 'ਚ ਵੀ ਬੜਾ ਕੰਪੈਰੀਜ਼ਨ ਹੋ ਜਾਂਦਾ ਹੈ। ਇਹ ਸਾਰਾ ਕੁਝ ਕਿਉਂ ਵੱਧ ਗਿਆ ਇੰਨਾ? ਸਭ ਤੋਂ ਵੱਡਾ ਕਾਰਨ ਹੈ ਇਹਦਾ ਇੱਛਾਵਾਂ ਵੱਧਦੀਆਂ ਜਾ ਰਹੀਆਂ। ਅਤੇ ਜਦੋਂ ਐਕਸਪੈਕਟੇਸ਼ਨ ਸਾਡੀਆਂ 100% ਤੱਕ ਪਹੁੰਚ ਜਾਣਗੀਆਂ ਨਾ,
ਤੇ ਉਦੋਂ ਸਟ੍ਰੈਸ ਵੀ 100% ਹੋਏਗਾ। ਜੇ ਸਟ੍ਰੈਸ ਨੂੰ ਅਸੀਂ ਰਿਡਿਊਸ ਕਰਨਾ ਹੈ ਤੇ ਸਾਨੂੰ ਆਪਣੀ ਇੱਛਾਵਾਂ ਨੂੰ ਘਟਾਉਣਾ ਪੈਣਾ ਹੈ। ਤੇ ਬਹੁਤ ਲੋਕੀ ਕਹਿੰਦੇ ਜੇ ਇੱਛਾ ਨਹੀਂ ਤੇ ਪ੍ਰੋਗਰੈਸ ਨਹੀਂ, ਅਸੀਂ ਅੱਗੇ ਵਧਾਂਗੇ ਕਿਵੇਂ? ਜੇ ਸਾਡੇ ਅੰਦਰ ਇੱਛਾ ਹੀ ਨਹੀਂ ਪੈਦਾ ਹੋਏਗੀ ਤੇ ਸਾਡੀ ਤੇ ਤਰੱਕੀ ਰੁਕ ਜਾਣੀ ਹੈ। ਅਸੀਂ ਤੇ ਘਰ ਖਾਲੀ ਬੈਠੇ ਰਵਾਂਗੇ ਕਿ ਜੋ ਰੱਬ ਨੇ ਦਿੱਤਾ ਚਲੋ ਠੀਕ ਹੈ। ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇੱਛਾਵਾਂ ਬੁਰੀਆਂ ਨਹੀਂ, ਪਰ ਇੱਛਾ ਨੂੰ ਪੈਦਾ ਕਰਕੇ ਉਹਨੂੰ ਇਸ ਤਰ੍ਹਾਂ ਫੜ ਕੇ ਰੱਖਣਾ ਕਿ ਇਹ ਮਿਲਿਆ ਤੇ ਠੀਕ, ਨਹੀਂ ਤਾਂ ਆਪਾਂ ਮਰ ਜਾਣਾ, ਉਸ ਤਰ੍ਹਾਂ ਦੀ ਇੱਛਾ ਬਹੁਤ ਬੁਰੀ ਹੁੰਦੀ ਹੈ। ਜਿਸ ਤਰ੍ਹਾਂ ਗੀਤਾ ਵੀ ਕਹਿੰਦੀ ਹੈ, ਇੱਛਾ ਮਾਤਰਮ ਅਵਿਦਿਆ। ਇੱਛਾ ਨਾ ਰੱਖਣਾ ਇਹ ਸਭ ਤੋਂ ਚੰਗੀ ਗੱਲ ਹੈ, ਪਰ ਅੱਛਾ ਬਣਨ ਦੀ ਇੱਛਾ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਅਸੀਂ ਹੋਰ ਅੱਛੇ ਹੁੰਦੇ ਜਾਈਏ। ਦੂਸਰੀ ਗੱਲ, ਜੇ ਇੱਛਾ ਆਪਾਂ ਰੱਖੀ ਵੀ ਹੈ ਨਾ, ਤੇ ਉਹ ਇੱਛਾ ਸਾਡੀ ਫਲੈਕਸੀਬਲ ਹੋਣੀ ਚਾਹੀਦੀ ਹੈ ਕਿ ਜੇ ਇਹ ਵਾਲੀ ਇੱਛਾ ਨਹੀਂ ਪੂਰੀ ਹੋਈ ਤੇ ਦੂਸਰੀ ਸਹੀ, ਦੂਸਰੀ ਨਹੀਂ ਪੂਰੀ ਹੋਈ ਤੇ ਤੀਸਰੀ ਸਹੀ। ਜੇ ਸਾਡੀ ਇੱਛਾ, ਸਾਡੀਆਂ ਡਿਜ਼ਾਇਰਸ ਫਲੈਕਸੀਬਲ ਹੋਣਗੀਆਂ ਤੇ ਸਾਡੀ ਐਨਰਜੀ ਕਿਤੇ ਬਲੌਕ ਨਹੀਂ ਹੋਏਗੀ ਤੇ ਸਾਡੇ ਮਨ 'ਚ ਟੈਨਸ਼ਨ ਨਹੀਂ ਆਏਗਾ, ਕਿਉਂਕਿ ਅਦਰ ਵੀ ਆਪਸ਼ਨ ਵੀ ਸਾਡੇ ਕੋਲ ਹੋਏਗਾ। ਤੇ ਇੱਕ ਬਹੁਤ ਵੱਡਾ ਕਾਰਨ ਹੈ ਕਿ ਅਸੀਂ ਆਪਣੀ ਇੱਛਾਵਾਂ ਜ਼ਿਆਦਾ ਰੱਖ ਲਈਆਂ। ਹੋਰ ਵੀ ਕਈ ਤਰ੍ਹਾਂ ਦੇ ਕਾਰਨ ਹੁੰਦੇ ਆ ਜਿਹਦੇ ਨਾਲ ਸਾਨੂੰ ਚਿੰਤਾ ਹੋ ਜਾਂਦੀ ਹੈ, ਤਣਾਅ ਸਾਡਾ ਵੱਧ ਜਾਂਦਾ ਹੈ। ਕਿਉਂਕਿ ਇਹ ਇੱਛਾਵਾਂ ਕਾਰਨ ਹੀ ਜਿਹੜੇ ਅੱਜ ਕੱਲ੍ਹ ਦਾ ਯੂਥ ਹੈ, ਨਾ ਜੌਬਸ ਮਿਲਦੀਆਂ ਜਾਂ ਕੋਈ ਉਹਨਾਂ ਦੀ ਜਿਹੜੀ ਉਹਨਾਂ ਦੇ ਮਾਰਕਸ ਹੈ ਉਹ ਵੀ ਨਹੀਂ ਪੂਰੇ ਆਉਂਦੇ, ਇਸ ਕਰਕੇ ਸੁਸਾਈਡ ਰੇਟ ਵੀ ਬਹੁਤ ਵੱਧ ਗਿਆ। ਐਗਜ਼ੈਕਟਲੀ। ਤੇ ਮੈਡੀਟੇਸ਼ਨ ਕਿਸ ਤਰ੍ਹਾਂ ਹੈਲਪ ਕਰ ਸਕਦੀ ਹੈ ਕਿ ਅਸੀਂ ਆਪਣੀ ਇੱਛਾਵਾਂ ਨੂੰ ਥੋੜ੍ਹਾ ਘਟਾ ਲਈਏ? ਦੇਖੋ, ਇੱਛਾ ਦਾ ਮੇਨ ਕਾਰਨ ਕੀ ਹੁੰਦਾ ਕਿ ਸਾਨੂੰ ਇਹ ਚੀਜ਼ ਮਿਲੇ ਤੇ ਮਜ਼ਾ ਆ ਜਾਏ, ਇਹ ਗੱਲ ਸਾਡੇ ਨਾਲ ਹੋ ਜਾਏ, ਫਲਾਣਾ ਇਸ ਤਰ੍ਹਾਂ ਆ ਕੇ ਮੈਨੂੰ ਐਪਰੀਸ਼ੀਏਟ ਕਰੇ ਤੇ ਮਜ਼ਾ ਆ ਜਾਏ। ਜੇ ਮੈਨੂੰ ਫਲਾਣੀ ਨੌਕਰੀ ਮਿਲ ਗਈ, ਇੰਨਾ ਪੈਸਾ ਮਿਲ ਗਿਆ ਤੇ ਇੰਨੀ ਵੱਡੀ ਕੋਠੀ ਬਣਾ ਲਾਂਗੇ, ਇੰਨੀ ਅਸੀਂ ਸਮੱਗਰੀ ਲੈ ਆਵਾਂਗੇ ਘਰ ਵਿੱਚ ਤੇ ਮਜ਼ਾ ਆ ਜਾਏਗਾ। ਤੇ ਇਹਦੀ ਰਿਪਲੇਸਮੈਂਟ ਮੈਡੀਟੇਸ਼ਨ ਕਰਦਾ ਹੈ। ਇਹ ਸਾਰਾ ਜਿਹੜਾ ਮਜ਼ਾ ਹੈ, ਆਨੰਦ ਹੈ, ਬਾਹਰੋਂ ਲੈਣ ਦੀ ਕੋਸ਼ਿਸ਼ ਕਰਦਾ ਇਨਸਾਨ। ਤੇ ਮੈਡੀਟੇਸ਼ਨ 'ਚ ਅਸੀਂ ਕੀ ਕਰਦੇ ਹਾਂ, ਅਸੀਂ ਅੰਦਰ ਜਾਂਦੇ ਹਾਂ ਤੇ ਅੰਦਰ ਜਾ ਕੇ ਅੰਦਰ ਜਿਹੜਾ ਆਨੰਦ ਹੈ, ਸੁੱਖ ਹੈ, ਖੁਸ਼ੀ ਹੈ, ਉਹ ਫੀਲ ਕਰਦੇ ਹਾਂ। ਤੇ ਇਹਨੂੰ ਤੁਸੀਂ ਇੱਕ ਸਿੰਪਲ ਕੋਟ ਨਾਲ ਸਮਝ ਸਕਦੇ ਹੋ ਕਿ ਇੱਕ ਹੁੰਦੀ ਹੈ ਆਊਟਸਾਈਡ ਇਨ ਅਪਰੋਚ, ਦੂਸਰੀ ਹੁੰਦੀ ਹੈ ਇਨਸਾਈਡ ਆਊਟ ਅਪਰੋਚ। ਤੇ ਆਊਟਸਾਈਡ ਇਨ ਅਪਰੋਚ ਕੀ ਕਹਿੰਦੀ ਹੈ ਕਿ ਤੁਸੀਂ ਬਾਹਰੋਂ ਬਹੁਤ ਕੁਝ ਲੈ ਲਓ, ਐਪਰੀਸੀਏਸ਼ਨ ਲੈ ਲਓ, ਤੁਸੀਂ ਪੈਸਾ ਲੈ ਲਓ, ਤੁਸੀਂ ਕੈਰੀਅਰ ਲੈ ਲਓ, ਤੁਸੀਂ ਫੈਸ਼ਨ ਦੀਆਂ ਤੇ ਬਹੁਤ ਆਰਾਮ ਦੀਆਂ ਚੀਜ਼ਾਂ ਲੈ ਲਓ ਤੇ ਮਜ਼ਾ ਅੰਦਰ ਚਲਾ ਜਾਏ। ਯਾਨੀ ਬਾਹਰੋਂ ਤੁਸੀਂ ਚੀਜ਼ਾਂ ਇਕੱਠੀਆਂ ਕਰਨੀਆਂ, ਮਜ਼ਾ ਅੰਦਰ ਚਲਾ ਜਾਏਗਾ। ਤੇ ਮੈਡੀਟੇਸ਼ਨ ਸਾਨੂੰ ਇਹ ਕਹਿੰਦਾ ਹੈ ਕਿ ਅੰਦਰ ਜਿਹੜੀ ਐਨਰਜੀ ਹੈ, ਜਿਹੜੀ ਆਤਮਾ ਹੈ, ਉਹਦੇ ਅੰਦਰ ਵੀ ਇੱਕ ਬਲਿਸ ਦਾ ਪਾਰਟ ਹੈਗਾ, ਆਨੰਦ ਹੈ, ਮੌਜ ਹੈ। ਤੇ ਮੈਡੀਟੇਸ਼ਨ ਦੀ ਸਿੰਪਲ ਟੈਕਨੀਕ ਦੇ ਰਾਹੀਂ ਅਸੀਂ ਉਹ ਆਨੰਦ ਅੰਦਰੋਂ ਫੀਲ ਕਰਦੇ ਹਾਂ। ਜਦੋਂ ਅੰਦਰੋਂ ਅਸੀਂ ਮਜ਼ਾ ਫੀਲ ਕਰ ਲਿਆ ਤੇ ਉਸ ਮਜ਼ੇ ਨੂੰ ਅਸੀਂ ਹੁਣ ਬਾਹਰ ਯੂਜ਼ ਕਰਦੇ ਹਾਂ। ਸਮਝੋ ਸਾਡੇ ਕੋਲ ਬਾਹਰ ਮੈਟੀਰੀਅਲਿਸਟਿਕ ਚੀਜ਼ਾਂ ਹੈਗੀਆਂ ਸਾਰੀਆਂ, ਸਾਡੇ ਕੋਲ ਗੱਡੀ ਹੈ, ਸਾਡੇ ਕੋਲ ਮਕਾਨ ਹੈ, ਚੰਗੇ ਰਿਸ਼ਤੇ ਹੈ, ਤੇ ਅਸੀਂ ਉਹ ਮਜ਼ਾ ਉਹਨਾਂ ਨੂੰ ਪ੍ਰੋਵਾਈਡ ਕਰਨਾ ਕਿ ਮੈਂ ਕੁਝ ਇਸ ਤਰ੍ਹਾਂ ਦਾ ਕਰਾਂ ਕਿ ਮੇਰੇ ਰਿਸ਼ਤੇਦਾਰ ਖੁਸ਼ ਹੋ ਜਾਣ, ਮੈਂ ਕੁਝ ਇਸ ਤਰ੍ਹਾਂ ਦਾ ਕਰਾਂ ਕਿ ਇਹ ਚੀਜ਼ਾਂ ਜਿਹੜੀਆਂ ਯੂਜ਼ ਹੋਰ ਲੋਕੀ ਵੀ ਕਰ ਰਹੇ ਨੇ ਨਾ, ਉਹਨਾਂ ਨੂੰ ਹੀ ਮਜ਼ਾ ਆ ਜਾਏ। ਤੇ ਅਸੀਂ ਅੰਦਰ ਦਾ ਬਲਿਸ ਬਾਹਰ ਯੂਜ਼ ਕਰਨ ਦੀ ਟੈਕਨੀਕ ਨੂੰ ਮੈਡੀਟੇਸ਼ਨ ਕਹਿੰਦੇ ਹਾਂ। ਜਿਹੜਾ ਬਾਹਰੋਂ ਅੰਦਰ ਲੈਣਾ ਉਹ ਅੱਜ ਦੇ ਸੰਸਾਰ ਦੀ ਅੰਧੀ ਦੌੜ ਹੈ, ਕਿਉਂਕਿ ਬਾਹਰੋਂ ਤੇ ਕਦੇ ਮਿਲਣਾ, ਕਦੇ ਖਤਮ ਹੋ ਜਾਣਾ। ਕਿਉਂਕਿ ਉਹ ਤਾਂ ਸਾਰੀ ਮਟੀਰੀਅਲਿਸਟਿਕ ਚੀਜ਼ਾਂ ਹੈਗੀਆਂ ਨਾ ਜਿਹੜੀਆਂ ਤੁਸੀਂ ਖਰੀਦ ਸਕਦੇ ਹੋ, ਬਟ ਜਿਹੜਾ ਇੰਟਰਨਲ ਪੀਸ ਹੈ ਤੁਹਾਡਾ, ਤੁਹਾਡੀ ਸੋਚ ਹੈ, ਉਹ ਸ਼ਾਂਤੀ ਉਹਦੇ 'ਚ ਬਣੀ ਰਹਿਣੀ ਚਾਹੀਦੀ ਹੈ। ਤੇ ਉਹਦੇ ਕਾਰਨ ਜਿਹੜੀਆਂ ਪ੍ਰੋਬਲਮਸ ਰਿਲੇਸ਼ਨਸ਼ਿਪਸ ਵਿੱਚ ਵੀ ਆਉਂਦੀਆਂ ਤੇ ਉਹਦਾ ਕੀ ਹੱਲ ਹੈ ਮੈਡੀਟੇਸ਼ਨ ਵਿੱਚ? ਦੇਖੋ, ਮੈਟੀਰੀਅਲਿਜ਼ਮ ਕਈ ਤਰ੍ਹਾਂ ਦੀ ਪ੍ਰੋਬਲਮਸ ਪੈਦਾ ਕਰਦਾ ਹੈ ਤੇ ਰਿਲੇਸ਼ਨ ਅੱਜ ਕੱਲ੍ਹ ਦੇ ਇੰਨੇ ਕੱਚੇ ਹੋ ਗਏ ਨੇ ਕਿ ਜ਼ਰਾ ਜੀ ਗੱਲ ਨਾਲ ਹੀ ਟੁੱਟ ਜਾਂਦੇ ਹੈ। ਜੇ ਕਿਸੇ ਨੇ ਤੁਹਾਨੂੰ ਸ਼ਗਨ ਘੱਟ ਦਿੱਤਾ, ਤੁਸੀਂ ਜ਼ਿਆਦਾ ਦਿੱਤਾ ਸੀ, ਤੇ ਉਹਦੇ ਨਾਲ ਵੀ ਨਾਰਾਜ਼ਗੀਆਂ ਹੋ ਜਾਂਦੀਆਂ। ਜੇ ਅੱਜ ਤੁਸੀਂ ਸੋਚਦੇ ਹੋ ਕਿ ਮੈਂ ਫਲਾਣੇ ਕੋਲ ਜਾਵਾਂ ਤੇ ਉਹਨੂੰ ਇੱਦਾਂ ਮੇਰੇ ਨਾਲ ਵਰਤਾਵ ਕਰਨਾ ਚਾਹੀਦਾ, ਪਰ ਉਹ ਬਿਜ਼ੀ ਸੀਗੇ ਤੇ ਉਹਨਾਂ ਨੇ ਉਸ ਤਰ੍ਹਾਂ ਦਾ ਨਹੀਂ ਕੀਤਾ ਜਿਸ ਤਰ੍ਹਾਂ ਦਾ ਤੁਸੀਂ ਸੋਚਿਆ ਸੀ, ਤੇ ਰਿਸ਼ਤੇ 'ਚ ਪ੍ਰੋਬਲਮ ਆ ਜਾਂਦੀ ਹੈ। ਪਰ ਜੇ ਆਪਾਂ ਗੱਲ ਕਰ ਰਹੇ ਸੀ ਮੈਡੀਟੇਸ਼ਨ ਦੀ,
ਤੇ ਮੈਡੀਟੇਸ਼ਨ 'ਚ ਅਸੀਂ ਕੀ ਕਰਦੇ ਹਾਂ ਕਿ ਅਸੀਂ ਇਸ ਤਰ੍ਹਾਂ ਦੀ ਐਕਸਪੈਕਟੇਸ਼ਨ ਨੂੰ ਸਰੈਂਡਰ ਕਰਕੇ ਪਰਮਾਤਮਾ ਨਾਲ ਰਿਸ਼ਤਾ ਜੋੜਦੇ ਹਾਂ। ਮੈਡੀਟੇਸ਼ਨ ਸਿੰਪਲੀ ਮੀਨਸ ਆ ਲਵਫੁਲ ਰਿਲੇਸ਼ਨ ਵਿਦ ਦ ਸੁਪਰੀਮ, ਪਰਮਾਤਮਾ ਨਾਲ ਇੱਕ ਇਹੋ ਜਿਹਾ ਪਿਆਰ ਭਰਾ ਰਿਸ਼ਤਾ ਜਿਹਦੇ ਨਾਲ ਤੁਹਾਡੇ ਅੰਦਰ ਇੱਕ ਸਕੂਨ ਪੈਦਾ ਹੁੰਦਾ ਹੈ, ਇੱਕ ਇਸ ਤਰ੍ਹਾਂ ਦੀ ਕੰਟੈਂਟਮੈਂਟ ਪੈਦਾ ਹੁੰਦੀ ਹੈ ਜਿਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਰਿਸ਼ਤਿਆਂ ਦਾ ਸੁੱਖ ਪਾ ਲਿਆ। ਉਹ ਅੰਦਰ ਪਰਮਾਤਮਾ ਵੱਲੋਂ ਮਿਲਣ ਵਾਲਾ ਪਿਆਰ, ਉਹ ਆਪਣਾਪਨ, ਉਹ ਦੋਸਤੀ, ਉਹ ਕੇਅਰ, ਉਹ ਜਦੋਂ ਸਾਨੂੰ ਮਿਲਦੀ ਹੈ ਨਾ, ਫਿਰ ਦੂਸਰੇ ਰਿਸ਼ਤਿਆਂ ਤੋਂ ਲੈਣ ਦੀ ਇੱਛਾ ਖਤਮ ਹੋ ਜਾਂਦੀ ਹੈ। ਪਰ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਰਿਸ਼ਤੇ ਛੱਡ ਦਈਦੇ ਆ। ਰਿਸ਼ਤੇਦਾਰ ਸਾਡੇ ਕੋਲ ਹੋਣਗੇ ਤੇ ਪਰਮਾਤਮਾ ਵੱਲੋਂ ਜਿਹੜਾ ਪਿਆਰ ਸਾਨੂੰ ਮਿਲਿਆ, ਹੁਣ ਸਮਝੋ ਮੇਰੀ ਮਾਂ ਵੀ ਸਾਹਮਣੇ ਆ ਗਈ, ਮਾਂ ਕੋਲ ਤੇ ਹਮੇਸ਼ਾ ਬੱਚੇ ਨੂੰ ਮਮਤਾ ਤੇ ਪਿਆਰ ਲੈਣ ਦੀ ਇੱਛਾ ਹੁੰਦੀ ਹੈ ਨਾ, ਪਰ ਮੈਂ ਪਰਮ ਪਿਤਾ ਤੋਂ ਲੈ ਲਿਆ ਉਹ ਪਿਆਰ ਤੇ ਉਹ ਕੇਅਰ। ਮੇਰੀ ਮਾਂ ਵੀ ਸਾਹਮਣੇ ਆਏਗੀ ਨਾ ਤੇ ਮੇਰਾ ਦਿਲ ਕਰੇਗਾ ਮੈਂ ਉਹਨੂੰ ਵੀ ਕੇਅਰ ਦੇ ਦਿਆਂ, ਉਹਨੂੰ ਵੀ ਪਿਆਰ ਦੇ ਦਿਆਂ। ਤੇ ਜੇ ਮੈਨੂੰ ਲੱਗਿਆ ਕਿ ਮੇਰੀ ਮਾਂ ਮੇਰੇ ਭਰਾ ਨੂੰ ਮੇਰੇ ਤੋਂ ਜ਼ਿਆਦਾ ਪਿਆਰ ਕਰਦੀ ਹੈ, ਲੱਗਿਆ ਤੇ ਲੱਗਿਆ, ਮੈਨੂੰ ਫਰਕ ਨਹੀਂ ਪੈਣਾ, ਕਿਉਂਕਿ ਮੈਨੂੰ ਰੱਬ ਵੀ ਪਿਆਰ ਕਰਦਾ ਤੇ ਮੈਂ ਉਹਨਾਂ ਦੋਨਾਂ ਨੂੰ ਹੀ ਪਿਆਰ ਦੇਣਾ। ਤੇ ਸਾਰੇ ਰਿਸ਼ਤਿਆਂ ਵੱਲ ਸਾਡੀ ਨਜ਼ਰ ਇਹ ਹੋ ਜਾਂਦੀ ਹੈ ਕਿ ਮੈਂ ਇਹਨਾਂ ਨੂੰ ਕੀ ਦੇ ਸਕਦੀ ਹਾਂ। ਰਿਸ਼ਤਿਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਇਸ ਕਰਕੇ ਆਉਂਦੀ ਹੈ ਕਿ ਮੈਂ ਇਹਨਾਂ ਤੋਂ ਕੀ ਲੈਣਾ, ਇਹ ਮੈਨੂੰ ਕੀ ਦੇਣਗੇ। ਤੇ ਇਹਨਾਂ ਨੂੰ ਦੇਣਾ ਚਾਹੀਦਾ ਸੀ, ਇਹਨਾਂ ਨੇ ਦਿੱਤਾ ਨਹੀਂ, ਮੈਨੂੰ ਟਾਈਮ ਨਹੀਂ ਦਿੱਤਾ, ਮੈਨੂੰ ਪਿਆਰ ਨਹੀਂ ਦਿੱਤਾ, ਮੈਨੂੰ ਕੇਅਰ ਨਹੀਂ ਦਿੱਤੀ, ਮੇਰੀ ਗੱਲ ਨਹੀਂ ਮੰਨੀ। ਉਦੋਂ ਸਾਡੇ ਰਿਸ਼ਤਿਆਂ 'ਚ ਤਣਾਅ ਪੈਦਾ ਹੋਣਾ ਸ਼ੁਰੂ ਹੋ ਜਾਂਦਾ। ਰਿਸ਼ਤਿਆਂ ਵਿੱਚ ਅੱਜ ਕੱਲ੍ਹ ਵੈਸੇ ਵੀ ਸਹਿਨਸ਼ੀਲਤਾ, ਪੇਸ਼ੈਂਸ ਇੱਕ ਦੂਸਰੇ ਦੀ ਤਰਫ ਜਾਂ ਟੋਲਰੈਂਸ ਉਹ ਵੀ ਘੱਟ ਗਈ ਹੈ ਓਵਰਆਲ ਜੀ। ਤੇ ਉਹਦਾ ਵੀ ਜੇ ਬਾਕੀ ਅਸੀਂ ਦੇਖੀਏ ਕਿ ਕਿਸ ਤਰ੍ਹਾਂ ਸਟ੍ਰੈਸ ਵੱਧਦਾ ਜਾ ਰਿਹਾ ਹੈ, ਤੇ ਮੈਡੀਟੇਸ਼ਨ ਅਸੀਂ ਕਿਹੜਾ ਲੈਵਲ ਮੈਡੀਟੇਸ਼ਨ ਕਰੀਏ, ਕਿਉਂਕਿ ਬਹੁਤ ਹੈਗੇ ਸਿਖਾਉਣ ਵਾਲੇ ਲੋਕੀ ਜਾਂਦੇ ਵੀ ਹੈ, ਵੱਧ ਗਿਆ ਇੰਨਾ ਜ਼ਿਆਦਾ, ਤੇ ਕਿਸ ਤਰ੍ਹਾਂ ਮੈਡੀਟੇਸ਼ਨ ਦੀ ਰੀਅਲਾਈਜੇਸ਼ਨ ਹੋਏਗੀ ਕਿਸੇ ਨੂੰ ਕਰਨ ਵਾਸਤੇ? ਕੋਈ ਰਾਈਟ ਟਾਈਮ ਹੁੰਦਾ ਇਹਦਾ ਕਰਨ ਦਾ ਜਾਂ ਕਿਸੇ ਵੀ ਟਾਈਮ? ਮੈਡੀਟੇਸ਼ਨ ਕਰਨ ਦੇ ਕੁਝ ਫਿਕਸ ਟਾਈਮਿੰਗਸ ਵੀ ਹੁੰਦੇ ਆ ਤੇ ਇਹ ਕਿਸ ਤਰ੍ਹਾਂ ਦੀ ਵਿਧੀ ਹੈ ਜਿਹੜੀ ਤੁਸੀਂ ਚਲਦੇ ਫਿਰਦੇ ਵੀ ਕਰ ਸਕਦੇ ਹੋ। ਪਰ ਤੁਸੀਂ ਚਲਦੇ ਫਿਰਦੇ ਕਰ ਸਕੋ ਉਹਦੇ ਵਾਸਤੇ ਥੋੜ੍ਹਾ ਬੈਠ ਕੇ ਪ੍ਰੈਕਟਿਸ ਕਰਨ ਦੀ ਜ਼ਰੂਰਤ ਪੈਂਦੀ ਹੈ। ਜਿਸ ਤਰ੍ਹਾਂ ਸਮਝੋ ਤੁਸੀਂ ਗੱਡੀ ਚਲਾਉਣੀ ਸਿੱਖਣੀ ਹੈ ਤੇ ਕੀ ਕਰੋਗੇ, ਜਦੋਂ ਚਲਾਉਣੀ ਸਿੱਖੋਗੇ ਉਦੋਂ ਤੁਸੀਂ ਖਾਲੀ ਮੈਦਾਨ 'ਚ ਜਾਓਗੇ, ਖਾਲੀ ਜੰਗਲ 'ਚ ਚਲੇ ਜਾਓਗੇ ਵੀ ਕਿਤੇ ਟੱਕਰ ਵੀ ਲੱਗੇ, ਪੇੜ ਪੂੜ ਨੂੰ ਲੱਗ ਜੇ, ਹੋਰ ਕਿਸੇ ਨੂੰ ਨਾ ਲੱਗੇ। ਜਦੋਂ ਤੁਸੀਂ ਐਕਸਪਰਟ ਹੋ ਜਾਓਗੇ ਗੱਡੀ ਚਲਾਉਣ ਵਿੱਚ, ਫਿਰ ਉਦੋਂ ਤੁਸੀਂ ਰਸ਼ ਵਾਲੀ ਸੜਕ 'ਤੇ ਵੀ ਆ ਜਾਓਗੇ। ਇਸੇ ਤਰ੍ਹਾਂ ਮੈਡੀਟੇਸ਼ਨ ਸਿੱਖਣ ਵਾਸਤੇ ਤੁਹਾਨੂੰ ਥੋੜ੍ਹਾ ਜਿਹਾ ਇਕਾਂਤ ਦੀ ਜ਼ਰੂਰਤ ਪੈਂਦੀ ਹੈ। ਥੋੜ੍ਹਾ ਤੁਸੀਂ ਅਲੱਗ ਹੋ ਕੇ ਇਹਦੇ ਵਾਸਤੇ ਪ੍ਰੈਕਟਿਸ ਕਰਦੇ ਹੋ। ਸਵੇਰੇ 4 ਤੋਂ 5 ਵੀ ਕਰਦੇ ਹੋ, ਸ਼ਾਮੀ ਵੀ ਤੁਸੀਂ 4 ਤੋਂ 8 ਦੇ ਵਿੱਚ ਅੱਧਾ ਪੌਣਾ ਘੰਟਾ ਬੈਠਦੇ ਹੋ। ਦਿਨੇ ਵੀ 4-5 ਵਾਰੀ 5-5 ਮਿੰਟ ਬੈਠ ਕੇ ਪ੍ਰੈਕਟਿਸ ਕਰਨਾ ਚਾਹੀਦਾ ਤਾਂ ਕਿ ਤੁਹਾਨੂੰ ਇੱਕ ਪ੍ਰੈਕਟਿਸ ਹੋ ਜਾਏ ਆਪਣੇ ਮਨ ਨੂੰ ਠੀਕ ਵੱਲ ਲਾਉਣ ਦੀ, ਪਰਮਾਤਮਾ ਦਾ ਪਿਆਰ ਕੈਚ ਕਰਨ ਦੀ। ਜਦੋਂ ਇਹ ਪ੍ਰੈਕਟਿਸ ਹੋ ਜਾਂਦੀ ਹੈ ਉਦੋਂ ਅਸੀਂ ਕੰਮ ਕਰਦੇ ਵੀ, ਗੱਲਾਂ ਬਾਤਾਂ ਕਰਦੇ, ਰਿਸ਼ਤੇ ਨਿਭਾਉਂਦੇ ਵੀ ਮੈਡੀਟੇਸ਼ਨ ਦੀ ਪ੍ਰੈਕਟਿਸ ਕਰ ਸਕਦੇ ਹਾਂ। ਮੈਡੀਟੇਸ਼ਨ ਦਾ ਕੀ ਪ੍ਰੋਸੈਸ ਹੈ? ਮਤਲਬ ਸਾਨੂੰ ਕੋਈ ਸਪੈਸੀਫਿਕ, ਜਿਸ ਤਰ੍ਹਾਂ ਤੁਸੀਂ ਟਾਈਮ ਦੱਸਿਆ ਕਿ ਸਵੇਰੇ 4 ਤੋਂ 5 ਜਾਂ ਸ਼ਾਮ ਨੂੰ ਵੀ ਕਰ ਸਕਦੇ ਹਾਂ, ਚਲਦੇ ਫਿਰਦੇ ਵੀ ਕਰ ਸਕਦੇ ਹਾਂ, ਅਤੇ ਉਹਦੇ ਵਿੱਚ ਕੋਈ ਹੈਗਾ ਸਾਨੂੰ ਡਰੈਸ ਵੀ ਕੋਈ ਹੋਣੀ ਚਾਹੀਦੀ ਹੈ ਜਾਂ ਕਿਸੇ ਹੋਰ ਤਰ੍ਹਾਂ ਦਾ ਸਾਨੂੰ ਕੋਈ ਪ੍ਰੋਟੋਕੋਲ ਫੋਲੋ ਕਰਨਾ ਚਾਹੀਦਾ ਉਹਦਾ? ਨਹੀਂ ਜੀ, ਇਸ ਤਰ੍ਹਾਂ ਦਾ ਮੈਡੀਟੇਸ਼ਨ ਵਾਸਤੇ ਸਾਨੂੰ ਕੋਈ ਰਿਜਿਡਿਟੀ ਦੀ ਜ਼ਰੂਰਤ ਨਹੀਂ ਹੈਗੀ ਕਿ ਕੋਈ ਤੁਸੀਂ ਭਗਵਾ ਕੱਪੜਾ ਪਾ ਲਓ ਜਾਂ ਚਿੱਟਾ ਕੱਪੜਾ ਪਾ ਲਓ। ਤੁਸੀਂ ਰੰਗੀਨ ਕੱਪੜੇ ਪਾਇਆ ਅਤੇ ਉਹਦੇ ਵਿੱਚ ਵੀ ਤੁਸੀਂ ਮੈਡੀਟੇਸ਼ਨ ਦੀ ਪ੍ਰੈਕਟਿਸ ਕਰ ਸਕਦੇ ਹੋ, ਕਿਉਂਕਿ ਜਦੋਂ ਆਪਾਂ ਮੈਡੀਟੇਸ਼ਨ ਕਰਨਾ ਅਤੇ ਬਾਹਰ ਦਾ ਭੁੱਲ ਕੇ ਆਪਾਂ ਅੰਦਰ ਜਾਣਾ। ਜੇ ਅੰਦਰ ਜਾ ਕੇ ਆਪਾਂ ਪ੍ਰੈਕਟਿਸ ਕਰਨੀ ਹੈ ਅਤੇ ਬਾਹਰ ਤੁਸੀਂ ਬਹੁਤ ਕੋਈ ਰਿਜਿਡ ਸਾਡੀ ਫਾਰਮੈਲਿਟੀਜ਼ ਨਹੀਂ ਹੈਗੀਆਂ, ਪਰ ਜਦੋਂ ਤੁਹਾਨੂੰ ਮੈਂ ਇਹਦੀ ਟੈਕਨੀਕ ਦੱਸਾਂਗੀ ਅਤੇ ਉਹਦੇ 'ਚ ਛੋਟੀ ਛੋਟੀ ਕੁਛ ਨੋਰਮਸ ਹੈਗੀਆਂ ਕਿ ਸਾਨੂੰ ਬੈਠਣ ਦਾ ਪੋਸਚਰ ਕਿਸ ਤਰ੍ਹਾਂ ਰੱਖਣਾ ਚਾਹੀਦਾ, ਸਾਨੂੰ ਅੱਖਾਂ ਕਿਸ ਤਰ੍ਹਾਂ ਰੱਖਣੀਆਂ ਚਾਹੀਦੀਆਂ, ਅਤੇ ਨਾਲੇ ਇਹਦੇ ਵਾਸਤੇ ਖਾਣ ਪੀਣ ਦਾ ਥੋੜ੍ਹਾ ਜਿਹਾ ਪਰਹੇਜ਼ ਹੁੰਦਾ, ਜਾਂ ਫਿਰ ਥੋੜ੍ਹਾ ਬਹੁਤ ਆਪਾਂ ਰੂਟੀਨ ਵਿੱਚ ਆਪਾਂ ਵੈਲਿਊਜ਼ ਦਾ ਥੋੜ੍ਹਾ ਬਹੁਤ ਧਿਆਨ ਰੱਖੀਦਾ। ਇਸ ਤਰ੍ਹਾਂ ਦੀਆਂ ਕੁਝ ਗੱਲਾਂ ਜਿਹੜੀਆਂ ਸਾਡੇ ਮਾਇੰਡ ਨੂੰ ਨੈਗੇਟਿਵਿਟੀ ਤੋਂ ਬਚਾ ਸਕਦੀਆਂ,
ਉਹਨਾਂ ਦਾ ਧਿਆਨ ਰੱਖੀਦਾ। ਬਾਕੀ ਸੁਪਰਫਿਸ਼ੀਅਲ ਇਹਦੇ ਵਾਸਤੇ ਕੋਈ ਜ਼ਿਆਦਾ ਰਿਜਿਡਿਟੀ ਨਹੀਂ ਹੁੰਦੀ। ਮੈਨੂੰ ਅੱਜ ਇਹ ਪਤਾ ਚੱਲ ਗਿਆ, ਸਾਰੇ ਦਰਸ਼ਕਾਂ ਨੂੰ ਵੀ ਪਤਾ ਚੱਲ ਗਿਆ ਕਿ ਸਾਨੂੰ ਕੋਈ ਰਿਜਿਡਿਟੀ ਫੋਲੋ ਕਰਨ ਦੀ ਲੋੜ ਨਹੀਂ ਹੈ। ਇੰਨੀ ਸਟ੍ਰੈਸਫੁਲ ਲਾਈਫ ਹੋਣ ਦੇ ਬਾਵਜੂਦ ਸਾਡੇ ਕੋਲ ਬਹੁਤ ਅੱਛਾ ਇੱਕ ਨੁਸਖਾ ਹੈ ਕਿ ਅਸੀਂ ਮੈਡੀਟੇਸ਼ਨ ਜਾਂ ਯੋਗ ਕਰੀਏ, ਜਿਹਦੇ ਨਾਲ ਸਾਡੀ ਲਾਈਫ ਸਟ੍ਰੈਸ ਫਰੀ ਤੇ ਪੀਸਫੁਲ ਹੋ ਸਕਦੀ ਹੈ। ਤੇ ਜਿਹੜੀ ਸਾਨੂੰ ਖੁਸ਼ੀਆਂ ਮਿਲਣਗੀਆਂ ਉਹ ਬਾਹਰੋਂ ਨਹੀਂ ਮਿਲਣਗੀਆਂ, ਆਪਣੇ ਇੰਟਰਨਲੀ ਅੰਦਰੋਂ ਮਾਈਂਡ ਤੋਂ ਸੋਚ ਕੇ ਆਪਣੀ ਸਮਝ ਦੇ ਨਾਲ ਮਿਲਣਗੀਆਂ। ਅਨੀਤਾ ਦੀਦੀ, ਤੁਹਾਡੇ ਨਾਲ ਅੱਜ ਗੱਲ ਕਰਕੇ ਸਾਨੂੰ ਬਹੁਤ ਚੰਗਾ ਲੱਗਿਆ ਤੇ ਤੁਹਾਡਾ ਸ਼ੋਅ 'ਚ ਆਉਣ ਦਾ ਬਹੁਤ-ਬਹੁਤ ਸ਼ੁਕਰੀਆ। ਤੇ ਉਮੀਦ ਕਰਾਂਗੀ ਤੁਹਾਨੂੰ ਅਸੀਂ ਦੁਬਾਰਾ ਮਿਲੀਏ, ਤੁਹਾਡੇ ਨਾਲ ਹੋਰ ਗੱਲਬਾਤ ਕਰੀਏ ਇਹਦੇ ਬਾਰੇ 'ਚ। ਓਮ ਸ਼ਾਂਤੀ।